ਇੱਥੋਂ ਜਾਵਾਂਗੇ ਸਭ ਕੁਝ ਭੁੱਲ ਜਾਾਂਗੇ ਕਿ ਉਦਾਂ ਹੀ ਚੱਲੂਗਾ ਪੰਜਾਬ ਕਿ ਦਲਿਤ ਭਾਈਚਾਰੇ ਨੂੰ ਲੈ ਕੇ ਕਿ ਬਾਕੀ ਭਾਈਚਾਰੇ ਨੂੰ ਲੈ ਕੇ ਇਹ ਗੱਲ ਇਦਾਂ ਹੀ ਬਰਕਰਾਰ ਰਹੇਗੀ ਅੱਗੇ। ਅਸੀਂ ਡਾਕਟਰ ਅੰਬੇਡਕਰ ਦੀ ਜਿਹੜੀ ਆਈਡੀਓਲੋਜੀ ਸੀ, ਉਹਨਾਂ ਦੀ ਵਿਚਾਰਧਾਰਾ ਸੀ, ਉਹਨੂੰ ਅੱਗੇ ਤੱਕ ਲੈ ਕੇ ਜਾਣਾ। ਉਹਨਾਂ ਦੀ ਵਿਚਾਰਧਾਰਾ ਇਹੀ ਸੀ ਕਿ ਜਾਤੀ ਰਹਿਤ ਭਾਰਤ ਬਣੇ। ਸੰਵਿਧਾਨ ਦੇ ਤਹਿਤ ਜੋ ਹੁਣ ਤੱਕ ਕੰਮ ਹੋ ਰਹੇ ਨੇ ਸਹੀ ਹੋ ਰਹੇ ਨੇ। ਸਾਰਿਆਂ ਨੂੰ ਜਿਹੜੇ ਲਾਅ ਦਾ ਗਿਆਨ ਨਹੀਂ ਹੈਗਾ, ਪਰ ਬੋਲਣ ਦਾ ਅਧਿਕਾਰ, ਪ੍ਰੋਟੈਸਟ ਕਰਨ ਦਾ ਅਧਿਕਾਰ, ਧਰਨੇ ਸ਼ਾਮਲ ਹੋਣ ਦਾ, ਇਹ ਸਾਰਿਆਂ ਨੂੰ ਪਤਾ ਹੈ। ਸਰਕਾਰਾਂ ਬੋਲਣ ਦਾ ਆਪਣਾ ਅਧਿਕਾਰ ਖੋ ਰਹੀਆਂ, ਧਰਨੇ ਲਾਉਣ ਦਾ ਅਧਿਕਾਰ ਖੋ ਰਹੀਆਂ। ਸੁਪਰੀਮ ਕੋਰਟ ਨੂੰ ਕਹਿ ਰਿਹਾ, ਸਾਡੇ ਸੰਵਿਧਾਨ ਨੂੰ ਇਹ ਮੋਦੀ ਸਾਹਿਬ ਕਹਿ ਰਿਹਾ ਹੈ कि भी ਅਸੀਂ सोच के दसांगे। जे वो संविधान का पालन करते होंगे तो वो इन्नी गल नहीं कहती सी। संविधान कहता है कि जो खेती है वो कंकरेंट लिस्ट का हिस्सा समवर्ती सूची में है, लेकिन उसको इन्होंने सेंटर के पास लिया है। लोग जिस अधिकार के लिए लड़ते रहे वो अधिकार लोगों को मिलता रहा। अब आगे आगे ऐसा होगा कि अधिकारों के लिए लड़ना भी ये सरकार छीनती जा रही है। जुडिशरी का रवैया की रहा, जुडिशरी का रवैया बामणवादी रहा। मतलब एक बामणवादी रवैये के तहत ही तो उन्होंने ढाण की आज़ादी दे दी गई। ਗੱਲ ਜਦੋਂ ਸੰਵਿਧਾਨ ਦੀ ਆਉਂਦੀ ਹੈ ਤੇ ਸੰਵਿਧਾਨ ਬਾਬਾ ਅੰਬੇਡਕਰ ਸਾਹਿਬ ਨੇ ਲਿਖਿਆ ਸੀ, ਸਭ ਨੂੰ ਬਰਾਬਰ ਦਾ ਹੱਕ, ਕੋਈ ਊਚ ਨੀਚ ਨਹੀਂ, ਕੋਈ ਜਾਤ ਪਾਤ ਨਹੀਂ। ਪਰ ਜਦੋਂ ਵੀ ਦਲਿਤਾਂ ਦੀ ਗੱਲ ਆਉਂਦੀ ਹੈ ਉਸ ਸਮੇਂ ਕਿਤੇ ਨਾ ਕਿਤੇ ਇੱਕ ਚੁੱਪੀ ਵੱਟ ਲਈ ਜਾਂਦੀ ਹੈ। ਪੂਰੇ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਦਲਿਤਾਂ ਦਾ ਮਾਹੌਲ ਹੈ ਆਪਾਂ ਸਭ ਨੂੰ ਪਤਾ ਹੈ, ਕਹਿਣ ਦੀ ਲੋੜ ਨਹੀਂ ਹੈਗੀ। ਲਗਾਤਾਰ ਹੀ ਸਰਗਰਮੀਆਂ ਵਿੱਚ ਸੰਵਿਧਾਨ ਸਾਨੂੰ ਇਹ ਆਗਿਆ ਦਿੰਦਾ ਹੈ ਕਿ ਹਰ ਇੱਕ ਵਿਅਕਤੀ ਦਾ ਇਸ ਭਾਰਤ ਉੱਤੇ ਹੱਕ ਹੈ। ਹੱਕ ਇਸ ਚੀਜ਼ ਦਾ, ਉਹਦੀ ਆਜ਼ਾਦੀ ਦਾ। ਦਲਿਤ ਹੋਵੇ ਚਾਹੇ ਕੋਈ ਵੀ ਵਰਗ ਹੋਵੇ, ਹਰ ਇੱਕ ਨੂੰ ਇੱਥੇ ਗੱਲ ਰੱਖਣ ਦਾ ਅਧਿਕਾਰ ਹੈ। ਸੰਵਿਧਾਨ ਦੇ ਤਹਿਤ ਧਰਨੇ ਵੀ ਲਗਾਏ ਜਾ ਸਕਦੇ ਨੇ, ਪਰ ਕੀ ਅੱਜ ਸੰਵਿਧਾਨ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ? ਬੜੇ ਇੱਥੇ ਜ਼ਿਕਰ ਆਉਂਦਾ ਹੈ, ਹਰ ਜਗ੍ਹਾ ਤੇ ਵੀ ਜ਼ਿਕਰ ਚੱਲਦਾ, ਹਿੰਦੁਸਤਾਨ ਦੇ ਅਲੱਗ-ਅਲੱਗ, ਭਾਰਤ ਦੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜ਼ਿਕਰ ਆਉਂਦਾ ਕਿ ਸੰਵਿਧਾਨ ਦੇ ਤਹਿਤ ਕੰਮ ਨਹੀਂ ਹੋ ਰਿਹਾ। ਹੁਣ ਸਾਡੇ ਕੁਝ ਨੌਜਵਾਨ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਟਾਲ ਦੇ ਵਿੱਚ ਤੁਸੀਂ ਦੇਖੋਗੇ ਬਾਬਾ ਅੰਬੇਡਕਰ ਸਾਹਿਬ ਵੀ ਲੱਗੇ ਨੇ, ਉਹਨਾਂ ਦੀ ਤਸਵੀਰ ਲੱਗੀ ਹੈ, ਭਾਈ ਜੈਤਾ ਜੀ ਵੀ ਨੇ, ਬਾਬਾ ਨਾਜ਼ਮੀ ਜੀ ਦੀਆਂ ਵੀ ਤਸਵੀਰਾਂ ਇੱਥੇ ਲਗਾਈਆਂ ਗਈਆਂ ਨੇ। ਕਾਰਨ ਕੀ ਹੈ? ਆਪਾਂ ਅਲੱਗ-ਅਲੱਗ ਧਰਨਿਆਂ ਵਿੱਚ ਇੱਥੇ ਦੇਖਦੇ ਹਾਂ, ਪੋਸਟਰ ਲੱਗੇ ਹੋਏ ਨੇ। ਇੱਕ ਵੱਖਰਾ ਸੰਦੇਸ਼ ਜਾਂਦਾ ਹੈ ਇਸ ਸਟਾਲ ਤੋਂ, ਇੱਕ ਵੱਖਰਾ ਸੰਦੇਸ਼ ਜਾਂਦਾ ਹੈ। ਕਿਹਾ ਇਹੀ ਜਾਂਦਾ ਹੈ ਕਿ ਜਦੋਂ ਸਾਰੇ ਵਰਗ ਇਕੱਠੇ ਹੋ ਜਾਂਦੇ ਨੇ ਤੇ ਬਲ ਮਿਲਦਾ ਹੈ ਕਿ ਸਾਨੂੰ ਅੱਗੇ ਜਾ ਕੇ ਸੋਧ ਆਏਗੀ ਕਿ ਅਸੀਂ ਜਾ ਕੇ ਇਹੀ ਕੰਮ ਕਰਾਂਗੇ। ਜੋ ਧਰਨੇ ਚੱਕੇ ਜਾਣਗੇ ਅਸੀਂ ਇਕੱਠੇ ਰਹਿ ਲਾਂਗੇ। ਇੱਥੇ ਕਹਿ ਰਹੇ ਹਾਂ, ਇੱਥੇ ਪਾਲਣਾ ਹੋ ਰਿਹਾ ਕਿ ਇਹੀ ਨਿਯਮ ਦਾ ਪਾਲਣਾ ਅੱਗੇ ਜਾ ਕੇ ਹੋਊਗਾ ਕਿ ਅਸੀਂ ਬਦਲਾਵ ਲੈ ਕੇ ਆਏ ਹਾਂ, ਕਿ ਬਦਲਾਵ ਅੱਗੇ ਜਾਰੀ ਰਹੂਗਾ ਕਿ ਸਿਰਫ ਧਰਨੇ ਤੱਕ ਹੀ ਬਦਲਾਵ ਜਾਰੀ ਰਹੇਗਾ। ਇਹ ਸਵਾਲ ਨੇ, ਸਵਾਲ ਤਿੱਖੇ ਨੇ, ਪਰ ਸੋਚਣ ਲਈ ਸਭ ਨੂੰ ਮਜਬੂਰ ਕਰਦੇ ਨੇ। ਸਾਨੂੰ ਕੋਈ ਨੌਜਵਾਨ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਟਾਲ ਕਿਉਂ ਲੱਗੀ ਹੈ? ਕਿ ਸਾਨੂੰ ਸੰਵਿਧਾਨ ਦੇ ਤਹਿਤ ਰਹਿ ਕੇ ਜਾਂ ਸੰਵਿਧਾਨ ਦੀ ਮਰਿਆਦਾ ਦੇ ਤਹਿਤ ਰਹਿ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ। ਜੇ ਗੱਲਾਂ ਹੁੰਦੀਆਂ ਕਿ ਸਰਕਾਰਾਂ ਬਿਲਕੁਲ ਸਹੀ ਕੰਮ ਕਰ ਰਹੀਆਂ ਨੇ, ਇਹ ਵੀ ਕਿਤੇ ਨਾ ਕਿਤੇ ਸੰਵਿਧਾਨ ਦੇ ਹੇਠਾਂ ਆਉਂਦਾ ਹੈ। ਨੌਜਵਾਨ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਗੁਰਦੀਪ ਹੈ। ਸਟਾਲ ਤੁਸੀਂ ਲਗਾਇਆ, ਜਿਵੇਂ ਤਸਵੀਰਾਂ ਅਲੱਗ-ਅਲੱਗ ਹੈਗੀਆਂ ਨੇ, ਤੁੱਕਾਂ ਵੀ ਤੁਸੀਂ ਉੱਥੇ ਲਿਖੀ ਹੈ ਪੰਜਾਬੀ ਦੇ ਵਿੱਚ। ਕਾਰਨ ਕੀ ਹੈ ਸਟਾਲ ਲਾਉਣ ਦਾ? ਇਹ ਕਾਰਨ ਇਹ ਹੈ ਕਿ ਅਸੀਂ ਇੱਕ ਲਾਇਬ੍ਰੇਰੀ ਬਣਾਈ ਹੋਈ ਆ, ਸਾਡੀ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਇਹ ਲਾਇਬ੍ਰੇਰੀ ਅਸੀਂ ਬਣਾਈ ਆ, ਪੰਜਾਬ ਦਾ ਇਤਿਹਾਸ ਹੋ ਗਿਆ ਜਾਂ ਸਾਡੇ ਜਿਹੜੀਆਂ ਪੰਜਾਬ ਹਰਿਆਣੇ ਦੇ ਵਿੱਚ ਜਿਹੜੀਆਂ ਮੂਵਮੈਂਟਸ ਚੱਲੀਆਂ ਨੇ ਉਹਦੀ ਹਿਸਟਰੀ ਰਿਲੇਟਡ ਕਿਤਾਬਾਂ ਲਗਾਈਆਂ ਨੇ, ਰੈਵੋਲੂਸ਼ਨਰੀ ਬੁੱਕਸ ਨੇ। ਤੇ ਇਸ ਦੇ ਨਾਲ ਹੀ ਅਸੀਂ ਨੇ ਜਿਹੜੀਆਂ ਡਾਕਟਰ ਅੰਬੇਡਕਰ ਦੀ ਜਿਹੜੀ ਕਿਤਾਬ ਆ ਜਾਤ ਪਾਤ ਦਾ ਬੀਜਣਾ, ਸਭ ਤੋਂ ਜ਼ਿਆਦਾ ਉਹ ਲਗਾਈ ਹੋਈ ਆ। ਇੱਥੇ ਬੈਠ ਕੇ ਲੋਕੀ ਪੜ੍ਹਦੇ ਨੇ, ਚਰਚਾ ਕਰਦੇ ਨੇ। ਤੁਸੀਂ ਹੁਣ ਵੀ ਦੇਖੋਗੇ ਨੌਜਵਾਨ ਚਰਚਾ ਕਰਨ ਲਈ ਆਏ ਹੋਏ ਨੇ। ਇਹ ਸਟਾਲ ਲਗਾਉਣ ਦਾ ਮਤਲਬ ਇਹੀ ਸੀ ਤਾਂ ਕਿ ਅਸੀਂ ਸਾਡੀ ਇੱਕ ਰਿਪਰੈਜ਼ੈਂਟੇਸ਼ਨ ਹੋਵੇ। ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਮੀਨਸ ਕਿ ਵੀ ਆਰ ਰਿਪਰੈਜ਼ੈਂਟਿੰਗ ਜਿਹੜੀ ਸਾਡੀ ਕਮਿਊਨਿਟੀ ਆ, ਉਹ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਸਟਾਲ ਲਗਾਈ ਸੀ ਕਿ ਐਗਜ਼ਿਸਟੈਂਸ ਹੈਗੀ ਆ। ਅਦਰਵਾਈਜ਼ ਲੋਕੀ ਆ ਰਹੇ ਸੀ ਬਿਨਾਂ ਕਿਸੇ ਆਰਗੇਨਾਈਜੇਸ਼ਨ ਤੋਂ, ਉਹਨਾਂ ਦੀ ਕੋਈ ਐਗਜ਼ਿਸਟੈਂਸ ਨਹੀਂ ਹੁੰਦੀ ਸੀ। ਐਗਜ਼ਿਸਟੈਂਸ ਸ਼ੋਅ ਕਰਨ ਦੇ ਲਈ ਤੇ ਦੂਸਰਾ ਲੋਕਾਂ ਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਡਾਕਟਰ ਅੰਬੇਡਕਰ ਦੇ ਜਿਹੜੇ ਤਿੰਨ ਇੱਕ ਜਿਹੜਾ ਉਹਨਾਂ ਦਾ ਹੈਗਾ ਸੀ, ਐਜੂਕੇਟ, ਐਜੀਟੇਟ ਤੇ ਜਿਹੜੇ ਤਿੰਨੋਂ ਸ਼ਬਦ ਨੇ ਉਹਨਾਂ ਦੇ ਵਿੱਚ ਇੱਕ ਐਜੂਕੇਟ ਵੀ ਆ। ਐਜੂਕੇਟ ਵਾਲੇ ਵਰਡ ਨੂੰ ਲੈ ਕੇ ਅਗਰ ਚੱਲੀ, ਆਰਗੇਨਾਈਜ਼ ਤੇ ਐਜੀਟੇਟ ਹੋ ਰਿਹਾ, ਉਹ ਚੀਜ਼ ਦੇ ਲਈ ਅਸੀਂ ਇੱਥੇ ਇਹ ਸਟਾਲ ਲਗਾਈ ਆ, ਉਸ ਚੀਜ਼ ਨੂੰ ਫੁੱਲਫਿਲ ਕਰਨ ਦੇ ਲਈ। ਬਦਲਾਵ ਕੀ ਦੇਖਦੇ ਹੋ? ਮੈਂ ਜਿਵੇਂ ਹੁਣ ਜ਼ਿਕਰ ਕੀਤਾ, ਇੱਥੋਂ ਜਾਵਾਂਗੇ ਸਭ ਕੁਝ ਭੁੱਲ ਜਾਾਂਗੇ ਕਿ ਉਦਾਂ ਹੀ ਚੱਲੂਗਾ ਪੰਜਾਬ। ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਅਲੱਗ-ਅਲੱਗ ਸੂਬੇ ਤੋਂ ਲੋਕ ਆਏ ਨੇ। ਉਦਾਂ ਹੀ ਚੱਲੂਗਾ। ਕਹਿ ਇਹਦੇ ਨੇ ਕਿ ਛੋਟਾ ਹਿੰਦੁਸਤਾਨ ਹੈ। ਜੇ ਕਿਸੇ ਨੇ ਹੁਣ ਖੂਬਸੂਰਤੀ ਕੋਈ ਚੀਜ਼ ਦੇਖਣੀ ਹੈ, ਉਹ ਇੱਥੇ ਸਿੰਘੂ ਬਾਰਡਰ ਤੇ ਆ ਜਾਵੇ, ਤੁਹਾਨੂੰ ਛੋਟਾ ਹਿੰਦੁਸਤਾਨ ਮਿਲੂਗਾ। ਜੋ ਸਾਂਝ ਹੈ ਹੁਣ ਹੈਗੀ ਹੈ, ਬਰਕਰਾਰ ਹੋ ਪਾਏਗੀ ਕਿ ਦਲਿਤ ਭਾਈਚਾਰੇ ਨੂੰ ਲੈ ਕੇ ਕਿ ਬਾਕੀ ਭਾਈਚਾਰੇ ਨੂੰ ਲੈ ਕੇ ਇਹ ਗੱਲ ਇਦਾਂ ਹੀ ਬਰਕਰਾਰ ਰਹੇਗੀ ਅੱਗੇ। ਇਹ ਤੁਹਾਡੀ ਬੜੀ ਇਹ
ਸਾਨੂੰ ਉਮੀਦਾਂ ਨੇ ਪੂਰੀਆਂ ਕਿ ਇਸ ਜਿਹੜਾ ਧਰਨਾ ਇਸ ਤੋਂ ਬਾਅਦ ਇਹ ਚੀਜ਼ ਜਿਹੜੀ ਕਾਸਟਿਜ਼ਮ ਦਾ ਜਿਹੜੇ ਕਈ ਇਸ਼ੂ ਨੇ, ਜਿਵੇਂ ਦੇਖਿਆ ਐਟਰੋਸਿਟੀ ਐਕਟ ਦੇ ਅੰਡਰ ਕਿੰਨੀਆਂ ਕੰਪਲੇਂਟਸ ਆਉਂਦੀਆਂ ਨੇ, ਤੇ ਉਹ ਜਿਹੜੀ ਐਟਰੋਸਿਟੀ ਹੁੰਦੀ ਹੈ ਕਾਸਟ ਬੇਸ ਐਟਰੋਸਿਟੀ ਭੇਦਭਾਵ ਹੁੰਦਾ, ਉਹਨੂੰ ਠੱਲ ਪਵੇਗੀ, ਉਹ ਜ਼ਰੂਰ ਖਤਮ ਹੋਵੇਗਾ। ਤੇ ਅਸੀਂ ਇੱਥੇ ਇਹ ਚਰਚਾ ਵੀ ਕਰ ਰਹੇ ਹਾਂ ਕਿ ਇਹ ਜਿਹੜੀ ਸਾਰਿਆਂ ਦੇ ਤੱਕ, ਕਿਉਂਕਿ ਸ਼ੁਰੂ 'ਚ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀ ਕਿਸਾਨ ਮਜ਼ਦੂਰ ਤੋਂ ਹੀ ਸ਼ੁਰੂ ਹੋਇਆ ਤੇ ਇਹ ਕਿਸਾਨ ਮਜ਼ਦੂਰ ਏਕਤਾ ਸਿਰਫ ਇੱਥੇ ਤੱਕ ਸੰਬੰਧਿਤ ਨਾ ਰਹੇ ਇਸ ਧਰਨੇ ਤੱਕ। ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਇੱਥੋਂ ਜਾਣ ਤੋਂ ਬਾਅਦ ਵੀ ਮਜ਼ਦੂਰ ਏਕਤਾ ਬਣੀ ਰਹੇ, ਤੇ ਜਿਹੜੇ ਦੋਨਾਂ ਦੇ ਮਜ਼ਦੂਰ ਹੋਰ ਜਿਹੜੇ ਗਰੀਬ ਵਰਗ ਨੇ ਸਾਰਿਆਂ ਦੇ ਲਈ ਜਿਹੜੇ ਸੰਵਿਧਾਨਕ ਹੱਕ ਵੀ ਨੇ, ਭਾਗ 3 ਸੰਵਿਧਾਨ ਦਾ, ਉਹਦੇ ਹਿਸਾਬ ਨਾਲ ਸਾਰੇ ਲੋਕਾਂ ਦੇ ਬਰਾਬਰ ਹੱਕ ਨੇ। ਅਗਰ ਅਸੀਂ ਪ੍ਰੈਂਬਲ ਖੋਲ ਦੀ ਗੱਲ ਦੇ ਵਿੱਚ ਵੀ ਸਭ ਤੋਂ ਪਹਿਲਾ ਸ਼ਬਦ ਆਉਂਦਾ ਵੀ ਦਾ ਇੰਡੀਆ, ਭਾਰਤ ਦੇ ਲੋਕ, ਅਸੀਂ ਭਾਰਤ ਦੇ ਲੋਕ ਇੱਕ ਦੂਜੇ ਨਾਲ ਉੱਥੇ ਇੱਕ ਸਹੁੰ ਖਾਂਦੇ ਹਾਂ, ਇੱਕ ਪ੍ਰਸਤਾਵਨਾ ਕਿ ਅਸੀਂ ਇੱਕ ਦੂਜੇ ਨਾਲ ਜਾਤੀ ਭੇਦਭਾਵ ਨਹੀਂ ਕਰਾਂਗੇ, ਜੈਂਡਰ ਦੇ ਆਧਾਰ ਤੇ ਭੇਦਭਾਵ ਨਹੀਂ ਕਰਾਂਗੇ, ਸਾਰਿਆਂ ਦੇ ਵਿੱਚ ਭਾਈਚਾਰਕ ਸਾਂਝ 'ਚ ਲੈ ਕੇ ਜਾਵਾਂਗੇ। ਉਸ ਤੋਂ ਬਾਅਦ ਫੰਡਾਮੈਂਟਲ ਡਿਊਟੀਜ਼ ਆਰਟੀਕਲ 51A ਦੇ ਵਿੱਚ ਇਹ ਹੈਗਾ ਕਿਹੜੇ ਫਰਜ਼ ਨੇ, ਉਹਦੇ ਵਿੱਚ ਇਹ ਫਰਜ਼ ਵੀ ਆ ਲੋਕਾਂ ਦੇ ਵਿੱਚ ਸਾਇੰਟੀਫਿਕ ਟੈਂਪਰ ਵੀ ਜਿਹੜਾ ਲੈ ਕੇ ਜਾਣਾ। ਇਸ ਤਰੀਕੇ ਨਾਲ ਦਾ ਵੀ ਇਹੀ ਮਤਲਬ ਸੀ। ਅਸੀਂ ਡਾਕਟਰ ਅੰਬੇਡਕਰ ਦੀ ਜਿਹੜੀ ਆਈਡੀਓਲੋਜੀ ਸੀ, ਉਹਨਾਂ ਦੀ ਵਿਚਾਰਧਾਰਾ ਸੀ, ਉਹਨੂੰ ਅੱਗੇ ਤੱਕ ਲੈ ਕੇ ਜਾਣਾ। ਉਹਨਾਂ ਦੀ ਵਿਚਾਰਧਾਰਾ ਇਹੀ ਸੀ ਕਿ ਜਾਤੀ ਰਹਿਤ ਭਾਰਤ ਬਣੇ, ਜਾਤੀ ਰਹਿਤ ਸਮਾਜ ਬਣੇ, ਕਿਉਂਕਿ ਉਹਨਾਂ ਨੇ ਇਸ ਦੇ ਉੱਤੇ ਇੱਕ ਸਪੈਸ਼ਲ ਇੱਕ ਜਿਹੜਾ ਲੈਕਚਰ ਵੀ ਤਿਆਰ ਕੀਤਾ ਸੀ, ਐਨੀਲੇਸ਼ਨ ਆਫ ਕਾਸਟ, ਜਾਤ ਪਾਤ ਦਾ ਬੀਜਨਾਸ। ਇਹ ਅਸੀਂ ਇੱਥੇ ਐਕਸਪੈਕਟ ਕਰਦੇ ਹਾਂ ਕਿ ਇਸ ਜਿਹੜੀ ਮੂਵਮੈਂਟ ਤੋਂ ਬਾਅਦ, ਇਹ ਜਿਹੜੀ ਮੂਵਮੈਂਟ ਹੈ ਇਸ ਤੋਂ ਬਾਅਦ ਜਿਹੜਾ ਕਾਸਟਿਜ਼ਮ ਦਾ ਜਿਹੜਾ ਬੀਜਨਾਸ ਹੋਵੇਗਾ। ਸੰਵਿਧਾਨ ਦੀ ਗੱਲ ਕਰਨੇ ਆ, ਸੰਵਿਧਾਨ ਬਣਾਇਆ ਸੀ ਬਾਬਾ ਅੰਬੇਡਕਰ ਸਾਹਿਬ ਨੇ, 26 ਜਨਵਰੀ 1950 ਨੂੰ ਲਾਗੂ ਹੋ ਗਿਆ ਸੀ। ਕੀ ਮੰਨਦੇ ਹੋ ਸੰਵਿਧਾਨ ਦੇ ਤਹਿਤ ਜੋ ਹੁਣ ਤੱਕ ਕੰਮ ਹੋ ਰਹੇ ਨੇ ਸਹੀ ਹੋ ਰਹੇ ਨੇ? ਪਿਛਲੇ ਸਾਲਾਂ ਦੀ ਆਪਾਂ ਕਈ ਸਾਲਾਂ ਦੀ ਗੱਲ ਕਰ ਲਈਏ, ਸੰਵਿਧਾਨ ਦੇ ਤਹਿਤ ਜੋ ਸਰਕਾਰਾਂ ਕਰ ਰਹੀਆਂ ਨੇ ਬਿਲਕੁਲ ਸਹੀ ਕੰਮ ਕਰਦੇ ਨੇ? ਦੇਖੋ, ਜੇ ਆਪਾਂ ਪਿਛਲੇ 6-7 ਸਾਲਾਂ ਦੀ ਗੱਲ ਕਰ ਲਈਏ ਜਾਂ ਉਸ ਤੋਂ ਪਹਿਲਾਂ ਦੀ ਵੀ ਆਪਾਂ ਜੇ ਗੱਲ ਕਰੀਏ, ਜਦੋਂ ਤੋਂ ਸੰਵਿਧਾਨ ਲਾਗੂ ਹੋਇਆ ਆ, ਮਤਲਬ ਸੰਵਿਧਾਨ ਦੇ ਲਾਗੂ ਹੋਣ ਦਾ ਮਤਲਬ ਤਾਂ ਇਹ ਸੀ ਕਿ ਆਪਾਂ ਜਿਹੜੇ ਭਾਰਤ ਦੇ ਲੋਕ ਨੇ ਜਾਂ ਅਲੱਗ-ਅਲੱਗ ਸਟੇਟਸ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਰਾਈਟਸ ਦੇਣੇ ਨੇ, ਉਹਨਾਂ ਦੀਆਂ ਕੁਝ ਆਪਣੇ ਫੰਡਾਮੈਂਟਲ ਰਾਈਟਸ ਹੋਣਗੇ ਜਾਂ ਜੋ ਵੀ ਉਹਨਾਂ ਸੈਂਟਰ ਸਟੇਟ ਜਿਹੜੇ ਰਿਲੇਸ਼ਨਸ ਨੇ ਉੱਦਾਂ ਦੇ ਚੀਜ਼ ਹੋਊਗੀ। ਬਟ ਜੇ ਆਪਾਂ ਹੁਣ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ, ਜਦੋਂ ਤੋਂ ਮੋਦੀ ਸਰਕਾਰ ਖਾਸ ਕਰਕੇ ਆਈ ਆ, ਸੰਵਿਧਾਨ ਦੇ ਅਨੁਸਾਰ ਤਾਂ ਜੋ ਮਤਲਬ ਗੱਲਾਂ ਲਿਖੀਆਂ ਨੇ ਉਹਨਾਂ 'ਚੋਂ 1% ਵੀ ਚੀਜ਼ ਨਹੀਂ ਹੋ ਰਹੀ। ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ, ਬੋਲਣ ਦਾ ਸਾਨੂੰ ਆਪਣਾ ਅਧਿਕਾਰ ਆ, ਲਿਖਣ ਦਾ ਅਧਿਕਾਰ ਆ, ਪ੍ਰੋਟੈਸਟ ਕਰਨ ਦਾ ਅਧਿਕਾਰ, ਉਹ ਸਾਰੇ ਸਾਡੇ ਕੋਲੋਂ ਹੌਲੀ-ਹੌਲੀ ਖੋਹੇ ਜਾ ਰਹੇ ਨੇ। ਕਹਿਣ ਦਾ ਮਤਲਬ ਕਿ ਸੰਵਿਧਾਨ ਨੂੰ, ਮਤਲਬ ਉਸ ਸੰਵਿਧਾਨ ਨੂੰ ਯੂਜ਼ ਕਰਕੇ ਹੀ ਅੱਜ ਜਿਹੜੇ 3 ਕਾਲੇ ਕਾਨੂੰਨ ਜਿਹੜੇ ਇਹਨਾਂ ਨੇ ਪਾਸ ਕੀਤੇ ਨੇ ਆਪਣੀ ਅਸੈਂਬਲੀ 'ਚ, ਉਹ ਸੰਵਿਧਾਨ ਦਾ ਯੂਜ਼ ਕਰਕੇ ਹੀ ਕੀਤੇ ਨੇ। ਉਹ ਆਪਣੇ ਆਪ 'ਚ ਸੰਵਿਧਾਨ ਨੂੰ ਕਹਿੰਦੇ ਨੇ ਕਿ ਆਪਾਂ ਸੰਵਿਧਾਨ ਦਾ ਪਾਲਣ ਕਰਕੇ ਹੀ ਇਹ ਕਾਨੂੰਨ ਬਣਾ ਰਹੇ ਹਾਂ। ਮਤਲਬ ਕਹਿਣ ਦਾ ਕਿ ਜੋ ਉਹਨਾਂ ਨੇ ਮਤਲਬ ਆਪਣੇ ਸੰਵਿਧਾਨ ਨੂੰ ਐਜ਼ ਆ ਮਤਲਬ ਯੂਜ਼ ਕਰ ਰਹੇ ਹੋ ਗਲਤ ਨਾਲ। ਮਤਲਬ ਇਹ ਨਹੀਂ ਹੈਗਾ ਕਿ ਸੰਵਿਧਾਨ ਦੇ ਹੋਣ ਨਾਲ ਸਾਨੂੰ ਕੋਈ ਫਾਇਦਾ ਹੋ ਰਿਹਾ, ਮਤਲਬ ਆਪਣਾ ਹੋ ਰਿਹਾ। ਸੰਵਿਧਾਨ ਤਾਂ ਸਾਨੂੰ ਰਾਈਟਸ ਦਿੰਦਾ, ਪਰ ਉਹ ਸਾਡੇ ਰਾਈਟ ਖੋ ਰਹੇ ਆ ਪਿਛਲੇ ਇੰਨੇ ਸਾਲ। ਫੰਡਾਮੈਂਟਲ ਰਾਈਟ ਦੀ ਗੱਲ ਕਰਨੇ, ਜੋ ਆਪਣੇ ਅਧਿਕਾਰ ਹੈਗੇ ਨੇ, ਅੱਛਾ ਸਾਰੇ ਲੋਕਾਂ ਨੂੰ ਪਤਾ ਹੈਗੇ ਨੇ ਕਿ ਇਹ ਵੀ ਕਮੀ ਰਹਿ ਗਈ ਹੈ ਕਿ ਸਾਨੂੰ ਸਾਡੇ ਅਧਿਕਾਰ ਹੀ ਨਹੀਂ ਪਤਾ। ਤੇ ਕੋਈ ਜਿਹਨੂੰ ਜ਼ਿਆਦਾ ਕਾਨੂੰਨ ਦੀ ਨੌਲੇਜ ਹੁੰਦੀ ਹੈ, ਜਿਹਨੂੰ ਜ਼ਿਆਦਾ ਕਾਨੂੰਨ ਦਾ ਗਿਆਨ ਹੁੰਦਾ ਹੈ, ਉਹ ਕਿਤੇ ਨਾ ਕਿਤੇ ਸਾਨੂੰ ਉਸ ਅੜਿੱਕੇ 'ਚ ਲੈ ਲੈਂਦਾ। ਇਹ ਵੀ ਕਿਤੇ ਦਿੱਕਤ ਆ ਰਹੀ ਹੈ ਨਾ। ਤੇ ਇਹ ਤਾਂ ਗੱਲ ਚਲੋ ਆਪਣੇ ਜ਼ਰੂਰ ਹੈਗੀ ਕਿ ਸਾਰਿਆਂ ਨੂੰ ਜਿਹੜੇ ਲਾਅ ਦਾ ਗਿਆਨ ਨਹੀਂ ਹੈਗਾ ਪੂਰੇ ਅੰਦਰ ਤੇ ਆਪਾਂ ਡੈਪਥ ਦੀ ਗੱਲ ਆਪਣਾ ਕਰੀਏ, ਪਰ ਬੋਲਣ ਦਾ ਅਧਿਕਾਰ, ਪ੍ਰੋਟੈਸਟ ਕਰਨ ਦਾ ਅਧਿਕਾਰ, ਕਿਸੇ ਧਰਨੇ 'ਚ ਸ਼ਾਮਲ ਹੁੰਦਾ, ਤੇ ਇਹ ਸਾਰਿਆਂ ਨੂੰ ਪਤਾ ਹੈ ਤੇ ਸਾਰੇ ਜਿਹੜੀ ਜਨਤਾ ਹੈ ਉਹ ਕਰਦੀ ਆ ਰਹੀ ਹੈ। ਪਰ ਸਰਕਾਰਾਂ ਹੀ ਖੋ ਰਹੀਆਂ, ਸਾਡੇ ਸਰਕਾਰਾਂ ਬੋਲਣ ਦਾ ਆਪਣਾ ਅਧਿਕਾਰ ਖੋ ਰਹੀਆਂ, ਧਰਨੇ ਲਾਉਣ ਦਾ ਅਧਿਕਾਰ ਖੋ ਰਹੀਆਂ। ਪਿਛਲੇ ਟਾਈਮ ਤੋਂ ਜਿੰਨੇ ਵੀ ਲੰਮੇ ਸਮੇਂ ਤੋਂ ਕਾਨੂੰਨ ਬਣਦੇ ਆ ਰਹੇ, ਰੀਸੈਂਟ ਕਿ ਪਿਛਲੇ ਮਈ-ਜੂਨ ਦੇ ਆਸ-ਪਾਸ ਲੇਬਰ ਲਾਜ਼ ਦੀ ਇਹਨਾਂ ਨੇ ਆਪਣੇ ਉਹਦੇ 'ਚ ਆਪਣੇ ਅਮੈਂਡਮੈਂਟਸ ਕੀਤੀਆਂ ਨੇ, ਚੇਂਜ ਕੀਤੇ ਨੇ ਲੇਬਰ, ਉਹਦੇ ਵਿੱਚ ਧਰਨੇ ਲਾਉਣ ਦਾ ਅਧਿਕਾਰ ਵੀ ਮਜ਼ਦੂਰ ਤੋਂ ਖੋਇਆ ਆਪਣਾ ਗਿਆ ਆ। ਤੇ ਪਿਛਲੇ ਟਾਈਮ ਤੋਂ ਜਿੰਨੇ ਵੀ ਉਹਨਾਂ ਨੇ ਜਿੰਨੇ ਵੀ ਕਾਨੂੰਨਾਂ ਦੇ ਤਹਿਤ, ਭਾਵੇਂ ਉਹ UAP ਦੇ ਅੰਦਰ ਹੋ, ਭਾਵੇਂ ਆਪਣੇ ਸੈਡੀਸ਼ਨ ਦੇ ਅੰਦਰ, ਬਹੁਤ ਸਾਰੇ ਨੌਜਵਾਨ ਆਗੂ, ਆਪਣੇ ਇੰਟੈਲੈਕਚੁਅਲ, ਸਿੱਖ ਇੰਟੈਲੈਕਚੁਅਲ ਜਾਂ ਹੋਰ ਵੀ ਜਿਹਨੇ ਆਪਣੇ ਲੜ ਰਹੇ ਸੰਘਰਸ਼ ਕਰਦੇ ਜਿਹੜੇ ਲੋਕ ਨੇ, ਉਹਨਾਂ ਨੇ ਜੇਲ੍ਹਾਂ 'ਚ ਸੁੱਟੇ ਹੋਏ ਨੇ। ਮਤਲਬ ਉਹਨਾਂ ਨੇ ਸੰਵਿਧਾਨ ਦੀ ਆਪਣੇ ਇੱਕ ਤਰ੍ਹਾਂ ਨਾਲ ਬਲਾਤਕਾਰ ਦੇ, ਮਤਲਬ ਸੰਵਿਧਾਨ ਦਾ ਬਲਾਤਕਾਰ ਕੀਤਾ ਹੋਇਆ ਉਹਨਾਂ ਨੇ। ਮਤਲਬ ਉਹ ਤਾਂ ਇੱਦਾਂ ਦੀ ਗੱਲ ਆ ਕਿ ਸਾਨੂੰ ਜਿਹੜੇ ਰਾਈਟਸ ਨੇ ਉਹ ਸਾਨੂੰ ਸੰਘਰਸ਼ਾਂ ਦੇ ਰਾਹੀਂ ਹੀ ਉਹਨਾਂ ਨੂੰ ਵਾਪਸ ਲੈਣੇ ਪੈਣਗੇ। ਤੁਹਾਨੂੰ ਕੀ ਲੱਗਦਾ ਰਾਈਟ ਦੀ ਗੱਲ ਹੁੰਦੀ ਹੈ, ਸੰਵਿਧਾਨ ਦੀ ਗੱਲ ਹੁੰਦੀ ਹੈ, ਬਾਬਾ ਅੰਬੇਡਕਰ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਕਿ ਊਚ ਨੀਚ ਨਹੀਂ ਕੋਈ ਹੈਗਾ, ਸਭ ਨੂੰ ਇੱਕ ਅਧਿਕਾਰ ਮਿਲਣਾ ਚਾਹੀਦਾ, ਸਭ ਤੇ ਲਾਗੂ ਹੁੰਦਾ? ਲੋਕੀ ਮੰਨਦੇ ਨੇ ਇਸ ਚੀਜ਼ ਨੂੰ ਕਿ ਹੱਲੇ ਵੀ ਕਿਤੇ ਨਾ ਕਿਤੇ ਤੋੜ ਮੋੜ ਕੇ ਪੇਸ਼ ਕੀਤਾ ਜਾਂਦਾ? ਨਹੀਂ, ਹਜੇ ਵੀ ਬਹੁਤ ਕਮੀ ਹੈ ਜੀ ਇਸ ਦੀ। ਕਿਤੇ ਵੀ ਇਹ ਦੇਖਣ ਨੂੰ ਆਪਾਂ ਨੂੰ ਨਹੀਂ ਮਿਲਦਾ ਹੈਗਾ। ਇੱਥੇ ਜਿਵੇਂ ਲੰਗਰ ਵਗੈਰਾ ਚੱਲਦੇ ਨੇ, ਉੱਥੇ ਵੀ ਨਹੀਂ ਇਹ ਚੀਜ਼ ਦਿਖਦੀ ਹੈਗੀ ਆਪਾਂ ਨੂੰ। ਜਿੱਥੇ ਮਰਜ਼ੀ ਲੱਗ ਕੀ ਦਿਖਦਾ ਉਹਦੇ ਚੋਂ?
ਜਿਵੇਂ ਹੁਣ ਇੱਥੇ ਲੰਗਰ ਚੱਲਦਾ ਤਾਂ ਜਿਹੜੇ ਇੱਥੋਂ ਦੇ ਲੋਕ ਨੇ ਨੀਚ ਜਾਤ ਦੇ ਨੇ ਉਹਨਾਂ ਨੂੰ ਅਲੱਗ ਵੇ ਨਾਲੇ ਰੱਖਿਆ ਜਾਂਦਾ ਇੱਕ ਤਰ੍ਹਾਂ ਨਾਲ। ਬਾਕੀ ਲੋਕਾਂ ਨੂੰ ਪਹਿਲਾਂ ਰੱਖਿਆ ਜਾਂਦਾ, ਜਿਹੜੇ ਛੋਟੇ ਲੋਕ ਨੇ ਉਹਨਾਂ ਨੂੰ ਬਾਅਦ 'ਚ ਲਿਆਂਦਾ ਜਾਂਦਾ। ਇਦਾਂ ਆਪਣੇ ਆਮ ਦੇਖਣ ਨੂੰ ਮਿਲ ਜਾਂਦਾ ਇਹ ਚੀਜ਼ ਜਿਹੜੇ ਆਸ-ਪਾਸ ਦੇ ਲੋਕ ਨੇ। ਹਾਂਜੀ। ਕੀ ਮੰਨਦੇ ਹੋ ਜੋ ਬਾਬਾ ਅੰਬੇਡਕਰ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਸੀ, ਜੋ ਉਸ 'ਚ ਗੱਲਾਂ ਲਿਖੀਆਂ ਸੀ, ਉਸ ਚੀਜ਼ ਦਾ ਪਾਲਣਾ ਹੋ ਰਿਹਾ ਕਿਤੇ? ਨਹੀਂ ਜੀ, ਇਹ ਬਿਲਕੁਲ ਵੀ ਨਹੀਂ ਹੋ ਰਿਹਾ। ਦੇਖੋ ਸੰਵਿਧਾਨ ਦਾ ਜਿਵੇਂ ਕਿ ਸੁਪਰੀਮ ਕੋਰਟ ਨੇ ਆਪਾਂ ਨੂੰ ਇਹਨਾਂ ਨੂੰ ਆਰਡਰ ਕੀਤੇ ਸੀਗੇ ਕਿ ਵੀ ਤੁਸੀਂ ਕਿਸਾਨਾਂ ਨਾਲ ਬੈਠ ਕੇ ਇਹਦਾ ਗੱਲ ਕਰੋ। ਮੋਦੀ ਜੀ ਨੇ ਉਦੋਂ ਕਹਿਤਾ ਸੀਗਾ ਕਿ ਵੀ ਦੱਸਾਂਗੇ। ਹਾਲਾਂਕਿ ਉਹਨਾਂ ਨੇ ਕਹਿਣਾ ਚਾਹੀਦਾ ਸੀਗਾ ਕਿ ਵੀ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਤਾਂ ਸੰਵਿਧਾਨ ਦਾ ਪਾਲਣ ਕਰਦੇ ਹਾਂ। ਜੇ ਉਹ ਸੰਵਿਧਾਨ ਦਾ ਪਾਲਣ ਕਰਦੇ ਹੁੰਦੇ ਤਾਂ ਉਹ ਇੰਨੀ ਗੱਲ ਨਹੀਂ ਕਹਿੰਦੀ ਸੀਗੇ ਕਿ ਵੀ ਅਸੀਂ ਇਸ ਬਾਰੇ ਅਸੀਂ ਸੋਚ ਕੇ ਦੱਸਾਂਗੇ। ਸੁਪਰੀਮ ਕੋਰਟ ਨੂੰ ਕਹਿ ਰਿਹਾ, ਸਾਡੇ ਸੰਵਿਧਾਨ ਨੂੰ ਇਹ ਮੋਦੀ ਸਾਹਿਬ ਕਹਿ ਰਹੇ ਹੈ ਕਿ ਵੀ ਅਸੀਂ ਸੋਚ ਕੇ ਦੱਸਾਂਗੇ। ਮੈਨੂੰ ਲੱਗਦਾ ਕਿ ਨਹੀਂ ਹੋ ਰਿਹਾ, ਪਾਲਣ ਨਹੀਂ ਹੋ ਰਿਹਾ। ਕੀ ਸਿੱਖ ਕੇ ਜਾਵਾਂਗੇ ਇੱਥੋਂ ਦੀ? ਕੀ ਹੱਲੇ ਵੀ ਜਿਸ ਤਰੀਕੇ ਨਾਲ ਸਾਰੇ ਹੀ ਇੱਕ ਜਗ੍ਹਾ ਤੇ ਬੈਠ ਕੇ ਲੰਗਰ ਖਾਂਦੇ ਨੇ, ਕਿਸੇ ਵੀ ਮਨ 'ਚ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ, ਸਭ ਭਾਈ ਬੰਧੂ ਨਾਲ ਰਹਿਦੇ ਨੇ, ਇੱਕ ਦੂਜੇ ਨਾਲ ਜਾਦੇ ਨੇ ਆਦੇ ਨੇ, ਇਹ ਪੰਜਾਬ 'ਚ ਇਦਾਂ ਹੀ ਚੱਲਦਾ ਰਹੂਗਾ ਕਿ ਅਸੀਂ ਹੱਲੇ ਵੀ ਜਾਤ ਪਾਤ 'ਚ फंसे रहेंगे? मैं हरियाणा से हूँ, तो पंजाब का हरियाणा में भी ये समस्या बनी हुई है अभी तक ना, दलितों के लेकर भी समस्या है अभी। हाँ, हरियाणा में भी हो तो सवाल हरियाणा पंजाब का है ही नहीं। और दूसरी बात जो है कि संघर्ष करते हैं, संघर्षों के दौरान लोगों की जो एकता वो मजबूत होती है। और समाज के अंदर जो अलग अलग तरीके होते हैं, संघर्ष में जब लोग इकट्ठे आते हैं, अंदर के जो भेदभाव उनसे लड़ते हैं, जब तय हो जाता है कि ये सत्ता से भी हमें लड़ना है, सत्ता से लड़ते हुए लोग इकट्ठे होते हैं। और दूसरी बात, जहाँ तक जैसे आप सभी साथियों से पूछ रहे हैं कि संविधान लागू हो रहा है या नहीं हो रहा है, संविधान कहता है कि जो खेती है वो कंकरेंट लिस्ट का हिस्सा समवर्ती सूची में है, लेकिन उसको इन्होंने सेंटर के पास लिया है। बिजली है वो कंकरेंट लिस्ट का हिस्सा, उसको ये सेंटर के पास लिया है। संविधान की हत्या तो लगातार कर रहे हैं। दरअसल हत्या तो जब से संविधान लागू हुआ तब से आज तक संविधान अच्छे से कभी लागू हुआ ही नहीं। लोग जिस अधिकार के लिए लड़ते रहे वो अधिकार लोगों को मिलता रहा। अब आगे आगे ऐसा होगा कि अधिकारों के लिए लड़ना भी ये सरकार छीनती जा रही है। और जो लागू, जैसे शुरू में संविधान में लिखा गया है कि जो गैप है, अमीर और गरीब का गैप है, उसको सरकारें कम करेंगी लगातार, इंडियन स्टेट कम करेगा। लेकिन हो क्या रहा है, अंबानी अडानी और कुछ और पूंजीपति भी है, उनकी पूंजी लगातार बढ़ती जा रही है और गरीबों की संख्या लगातार बढ़ती जा रही है। उनके पास जो प्रॉपर्टी है वो कम होती जा रही है, ये गैप लगातार बढ़ता जा रहा है। अब जो 3 कानून है, ये कानून है क्या? ये कानून भी उसी सोच का एक हिस्सा है। भारत के अंदर जो बड़े जो WTO, वर्ल्ड बैंक, IMF जो पॉलिसीज लागू करना चाह रहा है, वो पॉलिसी इस देश की संसद लागू कर रही है। तो जो आप सॉवरेनिटी की बात करें, सॉवरेनिटी खत्म। फिर दूसरा, जो प्रॉपर्टी है, जो वेल्थ है, वो इकट्ठा होता जा रहा है कुछ लोगों के हाथ में। इसका मतलब जो संविधान कह रहा था कि जो गैप है वो कम करना है, कर क्या रही है सरकार? हकीकत में उस गैप को बढ़ा रही है। ये तीनों कानून भी उस गैप को और बढ़ाएंगे। जो छोटे किसान होंगे उनको करना क्या पड़ेगा? लास्ट में उनको अपनी जमीन या तो बेचनी पड़ जाएगी या कंपनियों को कहेंगे आप ही खरीद लो। कानून में नहीं लिखी हुई है बात। ये सिचुएशन ऐसी बन जाएगी जैसे जब अंग्रेजों ने नील की खेती करवाई, उन्होंने ऐसा कभी नहीं कहा कि हम गुलाम बनाएंगे ना। उन्होंने कभी, जब कंपनी शुरू में ईस्ट इंडिया कंपनी आई, उसने भी नहीं कहा हम गुलाम बनाएंगे। लेकिन हुआ क्या, जो प्रोसेस चली उस प्रोसेस में धीरे धीरे उन्होंने ऐसा किया। तो ऐसा ये कंपनी है, इस प्रोसेस में किसान बेदखल होगा अपनी जमीन से। अच्छा, अभी जैसे मैं जिक्र कर रहा हूँ कि सारे एक लाइन में बैठ के लंगर खाते हैं, आप हरियाणा से हो, जात पात का बैरिकेड टूटेगा? वहाँ से तो हम तोड़ के आ गए हैं, यहाँ से जो वापस जाएंगे वो टूटेगा कि फिर वही समस्या चल जाएगी? देखो, कुछ एक लेवल तक टूटेगा, वो पूरा नहीं टूटेगा। उसके लिए तो एक संघर्ष बहुत लंबा चलेगा। जैसे हरियाणा के गाँव में या पंजाब के गाँव में जो जमीन का सवाल है, जैसे कानूनी अधिकार है कि गाँव की जो शामलात जमीन है उसका 33% हिस्सा जो गाँव के बेजमीने दलित हैं उनको दिया जाए। लेकिन आज भी बेशक बोली उनके नाम से होती है, बोते हम, मतलब बोते वो लोग हैं जिनके पास जमीन होती है, या जो गाँव के जिन पास 100 चौधरी अपने आप को मानते हैं, उसमें भी है नहीं कि अपर कास्ट पूरी होती है, कुछ लोग होते हैं गाँव के अंदर। तो वो संघर्ष भी चलेगा और वो अलग अलग जगह, जैसे पंजाब में वो संघर्ष चला, हरियाणा में वो कम चला। कमी रह जाएगी यहाँ से? हाँ, वो तो रहनी है हमेशा, मतलब पूरी चीजें एक संघर्ष से नहीं हो सकती, वो लगातार संघर्ष। जैसे भगत सिंह ने भी कहा है कि भाई सफलता तो एक इत्तेफाक है लेकिन संघर्ष एक नियम है। संघर्ष हमेशा चलता रहता है, सफलता मिलेगी या नहीं मिलेगी वो सेकेंडरी बात। अच्छा, ਜਦੋਂ ਆਪਾਂ ਸੰਘਰਸ਼ ਦੀ ਗੱਲ ਕਰਨੇ ਆ, ਜਦੋਂ ਧਰਨਿਆਂ ਦੀ ਗੱਲ ਕਰਦੇ ਆ, ਧਰਨੇ ਤਾਂ ਲੱਗਦੇ ਨੇ ਜੇ ਸਰਕਾਰਾਂ ਨਾ ਸੁਣਨ। ਜੇ ਸਰਕਾਰਾਂ ਗੱਲ ਸੁਣਦੀਆਂ ਹੁੰਦੀਆਂ ਆਪਾਂ ਨੂੰ ਧਰਨੇ ਲਗਾਉਣ ਦੀ ਲੋੜ ਨਹੀਂ ਪੈਂਦੀ। ਸਰਕਾਰਾਂ ਦਾ ਵਿਤਕਰਾ ਦੇਖ ਕੇ ਲੱਗਦਾ ਕਿ ਸਨ 47 ਤੋਂ ਬਾਅਦ ਲਗਾਤਾਰ ਜਿਹੜਾ ਧਰਨੇ ਉਹਦੀ ਇਜ਼ਾਫਾ ਹੀ ਹੋਇਆ। ਕੋਈ ਵੀ ਸਰਕਾਰ ਲੈ ਲਈ ਆਪਾਂ 47 ਤੋਂ ਬਾਅਦ, ਜੇ ਆਪਾਂ ਇਤਿਹਾਸ ਖੋਲ ਕੇ ਦੇਖੀਏ, ਲਗਾਤਾਰ ਜਿਹੜਾ ਸੰਘਰਸ਼ ਉਹ ਤਿੱਖੇ ਹੁੰਦੇ ਜਾ ਰਹੇ ਨੇ। ਕਾਰਨ ਕੀ ਮੰਨਦੇ ਹੋ? ਸੰਵਿਧਾਨ ਵੀ ਆਪਣੇ ਕੋਲ ਹੈਗਾ, लिखा है संविधान है, बाबा अम्बेडकर साहब ने लिखा है, फिर कमी कितने रह जाती है? देखिए, जो बाबा साहब डॉक्टर भीमराव अम्बेडकर ने जो संविधान लिखा, सही मायने में वो लागू नहीं हुआ। बाबा साहब की एक बात याद है आपको और हम सबको याद होनी चाहिए। बाबा साहब ने कहा था कि संविधान चाहे कितना भी अच्छा हो,
उसको अमल में लाने वाले अगर अच्छे होंगे तो संविधान बेहतर साबित होगा। अगर उसको अमल में लाने वाले अच्छे लोग नहीं होंगे तो चाहे कितना भी संविधान अच्छा हो, वो क्या कहते हैं मतलब अंततः वो गलत ही साबित होगा। अब रही बात यहाँ पे, देखिए संविधान की जो बात कर रहे हैं, आज जो हमारे देश में सरकार चल रही है, उस सरकार के लोग जिनको हम आरएसएस कहते हैं, आरएसएस के वो मतलब संघ के लोग हैं, संघ वालों ने इस देश का जो तिरंगा उसको जलाया, अपने पैरों तो रौदा। आज देश में वो लोग तिरंगा यात्रा निकाल के अदर लोग जो हैं मतलब जो मतलब उसमें शामिल नहीं हुए हैं उनको वो लोग एंटी नेशनल बता दे रहे हैं। इतना ही नहीं, अब देखिए जब हमारा देश आज़ाद हुआ, देश आज़ाद से पहले जब हमारा देश 1947 से पहले गुलाम था, क्या था नहीं था, उसके आज़ाद होने के बाद हमारा जो देश में था जिसका था उसका हो गया संविधान के हिसाब से। लेकिन जब देश आज़ाद हुआ 1992 में बाबर मस्जिद गिरा दी गई, और उसको गिराने के बाद फिर 14 साल 15 साल के बाद उसको फिर से वहाँ पे एक मस्जिद राम मंदिर का निर्माण करा देगा। संविधान के तहत है कि नहीं तहत है? संविधान के तहत है। ये संविधान के तहत नहीं है, ये तो मैं कह रहा हूँ ना। करती ने कोर्ट ने फैसला कर दिया था। देखिए कोर्ट की बात ऐसा है कि कोर्ट ये भी कहता है, जो आर्टिकल है बाबा साहब डॉक्टर भीमराव अम्बेडकर का संविधान लिखा गया है, वो कहता है कि जो राज धर्म है, जो राजा है, जो प्रदेश के राज है चाहे देश के राज है, उसमें किसी भी धर्म में इंटर नहीं करेंगे, उसके धर्म की बात नहीं करेंगे। लेकिन आज देखिए जब देश की बात आ रही है, नहीं जब देश में किसी भी धर्म में चले जाए, किसी भी जात में चले जाए, किसी भी प्रदेश में चले जाए, वहाँ पे बगैर धर्म का काम ही नहीं चल रहा है। अभी उत्तर प्रदेश में आर्टिकल 177 लागू कर दिया गया है। अब इसको देखिए 2 अप्रैल में जो SC/ST एक्ट के खिलाफ जो सुप्रीम कोर्ट का बयान आया था, जो उसका आदेश आया था, उसको अप्लाई किया गया। अप्लाई करने के बाद जिस तरह से हमारे देश में जो शोषित समाज है, SC/ST के जो लोग हैं, उनको रोड पर उतरना पड़ा। उतरने के साथ साथ कम से कम हजारों लोग से ऊपर तक जेल में उनको डाल दिया गया। आज भी कुछ लोग उसमें जेल में हैं, उसके तहत वो लोग जेल काट रहे हैं। उसको धाराशाही कर दिया गया, इंक्लूड मतलब ख़त्म कर दिया गया। कम से कम हमारे दर्जनों से मतलब हमारे साथियों ने शहादत दी। लेकिन आज भी जो SC/ST एक्ट के तहत जो मुकदमा दर्ज कराया जाता है, उस पर कितना अमल किया जाता है, सोचने वाली बात यह है। ਭਾਈ ਮੇਰਾ ਇੱਕ ਸਵਾਲ ਹੈ ਕਿ ਜੋ ਸਾਥੀਆਂ ਨੇ ਸਾਰੀ ਗੱਲਬਾਤ ਕੀਤੀ ਹੈ, ਗੱਲ ਵੀ ਕਹੀ ਹੈ, ਧਰਮ ਦੇ ਨਾਂ ਨੂੰ ਲੈ ਕੇ ਲੱਗਦਾ ਕਿ ਸਰਕਾਰਾਂ ਆਪਦਾ ਹੱਲ ਕੱਢ ਰਹੀਆਂ ਨੇ। ਜਿਵੇਂ ਕਹਿੰਦੇ ਸੀ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਰੱਖੋ ਤੇ ਰਾਜ ਕਰੋ, ਸਰਕਾਰਾਂ ਉਹੀ ਕੰਮ ਕਰ ਰਹੀਆਂ ਨੇ ਕਿ ਇੱਕ ਧਰਮ ਦਾ ਪਾਰਟੀਕੂਲਰ ਨੇ ਇੱਕ ਧਰਮ ਨੂੰ ਚੂਜ਼ ਕੀਤਾ ਹੋਇਆ, ਉਸ ਨੂੰ ਜ਼ਿਆਦਾ ਹਾਈਲਾਈਟ ਕਰਕੇ ਬਾਕੀ ਨੂੰ ਵੰਡ ਕੇ ਰੱਖੋ, ਵਿਕਾਸ ਨਾ ਹੋਣ ਦਿਵੋ, ਪੂੰਜੀਵਾਦ ਦੇ ਹੱਥ ਦੇਸ਼ ਦੇ ਦਿਓ। ਮਤਲਬ ਅਸਲ ਦੇ ਵਿੱਚ ਜਿਹੜੀ ਤੁਸੀਂ ਪਹਿਲਾਂ ਸੰਵਿਧਾਨ ਤੋਂ ਹੀ ਗੱਲ ਸ਼ੁਰੂ ਕੀਤੀ ਆ, ਉਹਦੇ ਵਿੱਚ ਮੈਨੂੰ ਲੱਗਦਾ ਹੋਰ ਇਜ਼ਾਫਾ ਕਰਨ ਦੀ ਲੋੜ ਆ ਕਿ ਸੰਵਿਧਾਨ ਡਾਕਟਰ BR ਅੰਬੇਦਕਰ ਸਾਹਿਬ ਨੇ ਲਿਖਿਆ, ਕਿਹੜੀਆਂ ਮਜਬੂਰੀਆਂ ਦੇ ਵਿੱਚ ਉਹ ਸੰਵਿਧਾਨ ਕਮੇਟੀ 'ਚ ਆਏ। ਮਤਲਬ ਉਹਦੇ ਵਿੱਚ ਇਹ ਸਮਝਣ ਦੀ ਲੋੜ ਆ ਕਿ ਜਦੋਂ ਉਹ ਕਮੇਟੀ ਬਣੀ, ਉਹ ਆਪਣੇ ਆਪ ਦੇ ਵਿੱਚ ਹੀ ਅਨਡੈਮੋਕ੍ਰੈਟਿਕ ਸੀ, ਉਹਦੇ ਵਿੱਚ ਸਾਰੇ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਕਦੇ ਵੀ ਨਹੀਂ ਸੀਗੀ। ਮਤਲਬ ਜਦੋਂ ਸੰਵਿਧਾਨ ਬਣ ਰਿਹਾ ਜਾਂ ਬਣਨ ਤੋਂ ਬਾਅਦ ਉਹ ਲਾਗੂ ਹੋ ਰਿਹਾ, ਮਤਲਬ 1946 ਤੋਂ ਲੈ ਕੇ, ਕਿਉਂਕਿ ਆਪਾਂ ਹੁਣ ਇਹ ਸੰਘਰਸ਼ ਖੇਤੀ ਸੰਘਰਸ਼ ਆ, ਉਹਦੇ ਨਾਲ ਥੋੜ੍ਹਾ ਜੋੜ ਕੇ ਵੀ ਦੇਖ ਸਕਦੇ ਹਾਂ ਕਿ 1946 ਤੋਂ ਲੈ ਕੇ 1951 ਦੇ ਵਿੱਚ ਇੱਕ ਤੇਲੰਗਾਨਾ ਮੂਵਮੈਂਟ ਚੱਲੀ, ਜਿਹੜਾ ਕਿ ਕਿਸਾਨਾਂ ਦਾ ਸੰਘਰਸ਼ ਸੀਗਾ, ਵੱਡਾ ਸੰਘਰਸ਼ ਸੀਗਾ। ਉਹਦੇ ਵਿੱਚ ਨਹਿਰੂ ਨੇ ਫੌਜ ਨੂੰ ਚਾੜ ਕੇ ਵੱਡੇ ਪੱਧਰ 'ਤੇ ਮਤਲਬ ਵਰਕਰਸ ਦਾ ਕਤਲ ਕੀਤਾ, ਕਿਸਾਨਾਂ ਦਾ ਕਤਲ ਕੀਤਾ। ਮਤਲਬ ਉਹ ਇੱਕ ਸ਼ੁਰੂਆਤ ਸੀਗੀ ਕਿ ਜਿਹਨੂੰ ਇਹ ਇੰਡੀਪੈਂਡੈਂਟ ਇੰਡੀਆ ਕਹਿੰਦੇ ਹਾਂ, ਅਸੀਂ ਉਹਨੂੰ ਪਾਰਟੀਸ਼ਨ ਇੰਡੀਆ ਕਹਿੰਦੇ ਹਾਂ, ਕਿਉਂਕਿ ਪਾਰਟੀਸ਼ਨ ਦਾ ਸਭ ਤੋਂ ਵੱਧ ਜਿਹੜਾ ਦੁੱਖ ਆ ਉਹ ਪੰਜਾਬੀਆਂ ਤੇ ਬੰਗਾਲੀਆਂ ਨੇ ਹੰਢਾਇਆ। ਮਤਲਬ ਸਾਡੇ ਲਈ ਉਹ ਆਜ਼ਾਦੀ ਨਹੀਂ ਸੀਗੀ, ਸਾਡੇ ਲਈ ਤਾਂ ਉਹ ਵੰਡ ਸੀਗੀ, ਸਾਨੂੰ ਵੰਡ ਦਿੱਤਾ। ਮਤਲਬ ਸਾਡਾ 80% ਹਿੱਸਾ ਪਾਕਿਸਤਾਨ ਦੇ ਵਿੱਚ ਆ ਤੇ ਅੱਧਾ ਇੱਧਰ ਰਹਿ ਗਿਆ, ਮਤਲਬ ਪੰਜਾਬ ਨੂੰ ਵੰਡ ਦਿੱਤਾ। ਤੇ ਉਹ ਤੋਂ ਬਾਅਦ ਲਗਾਤਾਰ ਜੋ ਮਤਲਬ ਜਿਹੜਾ ਸੰਵਿਧਾਨ ਹੈ ਜਾਂ ਪਾਰਲੀਮੈਂਟ ਹੈ, ਉਹ ਸਾਮਰਾਜੀ ਜਿਹੜੀਆਂ ਨੀਤੀਆਂ ਨੇ ਉਹਨੂੰ ਲਾਗੂ ਕਰਨ ਦਾ ਇੱਕ ਜ਼ਰੀਆ ਬਣਿਆ ਹੈ। ਮਤਲਬ ਅਗਰ ਅਸੀਂ ਉਹਨੂੰ ਧਿਆਨ ਨਾਲ ਦੇਖੀਏ ਕਿ ਅੱਜ ਤੱਕ ਜਿੰਨੀਆਂ ਵੀ ਆਰਥਿਕ ਨੀਤੀਆਂ ਆਈਆਂ ਨੇ, ਉਹ ਆਰਥਿਕ ਨੀਤੀਆਂ WTO, IMF, ਵਰਲਡ ਬੈਂਕ ਦੁਆਰਾ ਥੋਪੀਆਂ ਹੋਈਆਂ ਨੀਤੀਆਂ ਨੇ। ਮਤਲਬ ਉਸ ਤੋਂ ਬਾਅਦ ਮਤਲਬ ਉਸੇ ਸੰਵਿਧਾਨ ਦੇ ਅੰਦਰ ਪੰਜਾਬ ਦੀ ਅਗਲੀ ਵੰਡ ਜਿਹੜੀ ਹੈਗੀ ਆ ਉਹ 1966 ਦੇ ਵਿੱਚ ਕੀਤੀ ਗਈ ਆ। ਮਤਲਬ ਸਾਰਾ ਕੁਝ ਉਸ ਸਵਾਲ ਮੇਰਾ ਇਹ ਹੈ ਕਿ ਤੁਸੀਂ ਜੋ ਗੱਲਾਂ ਦੱਸੀਆਂ ਬਹੁਤ ਵਧੀਆ। ਮੈਂ ਕਹਿਣਾ ਚਾਹੁੰਦਾ ਕਿ ਇੱਕ ਪਾਰਟੀਕੂਲਰ ਚੂਜ਼ ਕੀਤਾ ਗਿਆ ਧਰਮ ਨੂੰ, ਕਿ ਹਾਕਮ ਚੂਜ਼ ਕਰਦੇ ਨੇ ਇੱਕ ਧਰਮ ਨੂੰ ਚੂਜ਼ ਕਰੋ, ਉਹਨੂੰ ਇੰਨਾ ਕੁ ਉੱਪਰ ਲੈ ਜਾਵੋ ਕਿ ਬਾਕੀ ਲੋਕ ਜਿਹੜੇ ਹੈਗੇ ਨੇ ਵੰਡੀਆਂ ਪਾ ਲੈਣ। ਵੰਡੀਆਂ ਕਰੋ, ਧਰਮ 'ਚ ਵੰਡੀਆਂ ਪਾ ਲਈਏ ਤੇ ਰਾਜ ਕਰੋ। ਸ਼ਾਇਦ ਅਸੀਂ ਵੀ ਆਪਦੇ ਧਰਮ ਨੂੰ ਲੈ ਕੇ ਕਿਤੇ ਨਾ ਕਿਤੇ ਕੱਟੜ ਹੋ ਜਾਂਦੇ ਆ, ਵੀ ਸਾਨੂੰ ਕੱਟੜਤਾ ਨਹੀਂ ਰੱਖਣੀ ਚਾਹੀਦੀ। ਸਮਝਣ ਦੀ ਲੋੜ ਹੈ, ਆਪਦੇ ਹੱਥ ਪੈ ਚਲਾਉਣ ਨਾਲੋਂ ਜ਼ਿਆਦਾ ਸਾਨੂੰ ਸਮਝਣ ਦੀ ਲੋੜ ਕਿ ਚੱਲ ਕੀ ਰਿਹਾ। ਲੱਗਦਾ ਇੱਥੇ ਕਿਤੇ ਨਾ ਕਿਤੇ ਅਸੀਂ ਵੀ ਜਾ ਕੇ ਥੋੜਾ ਧੋਖਾ ਖਾ ਜਾਂਦੇ ਹਾਂ। ਭਾਰਤੀ ਸੱਤਾ ਹੋਣ ਦੇ ਵਿੱਚ ਆਈ, ਮਤਲਬ ਅੰਗਰੇਜ਼ਾਂ ਦਾ ਰਾਜ ਛੁੱਟਣ ਤੋਂ ਬਾਅਦ ਜਦੋਂ ਇੱਕ ਨਵਾਂ ਰਾਜ ਸਥਾਪਿਤ ਹੋਇਆ, ਉਹ ਅਸਲ ਦੇ ਵਿੱਚ ਇਨ ਐਸੈਂਸ ਤੱਤ ਰੂਪ ਦੇ ਵਿੱਚ ਉਹ ਹਿੰਦੂ ਰਾਸ਼ਟਰ ਹੀ ਸੀ।
ਉਹਨੂੰ ਅਲੱਗ-ਅਲੱਗ ਲਿਬਰਲਸ ਡਿਸਕੋਰਸ ਰਾਹੀਂ ਇਹ ਤੈਅ ਕੀਤਾ ਗਿਆ ਕਿ ਇਹ ਇੱਕ ਸੈਕੂਲਰ ਦੇਸ਼ ਆ। ਇਹ ਸੈਕੂਲਰ ਦੇਸ਼ ਕਦੇ ਵੀ ਨਹੀਂ ਸੀ, ਇਹ ਹਮੇਸ਼ਾ ਤੋਂ ਹੀ ਬਾਹਮਣਵਾਦੀ ਦੇਸ਼ ਰਿਹਾ। ਮਤਲਬ ਬ੍ਰਾਹਮਣਿਜ਼ਮ ਦਾ ਜਿਹੜਾ ਪ੍ਰਭਾਵ ਆ ਉਹ ਜਾਤ ਦੇ ਜ਼ਰੀਏ ਭਾਰਤੀ ਸੱਤਾ ਦੇ ਹਰ ਮਤਲਬ ਬਾਬਰੀ ਮਸਜਿਦ ਦੀ ਇਹਨਾਂ ਨੇ ਗੱਲ ਕੀਤੀ ਕਿ ਬਾਬਰੀ ਮਸਜਿਦ ਕਰਾਈ ਗਈ। ਮਤਲਬ ਜੁਡੀਸ਼ਰੀ ਦਾ ਰਵੱਈਆ ਕੀ ਰਿਹਾ? ਜੁਡੀਸ਼ਰੀ ਦਾ ਰਵੱਈਆ ਬਾਹਮਣਵਾਦੀ ਰਿਹਾ। ਮਤਲਬ ਇੱਕ ਬਾਹਮਣਵਾਦੀ ਰਵੱਈਏ ਦੇ ਤਹਿਤ ਹੀ ਤਾਂ ਉਹਨੂੰ ਇਹ ਢਾਣ ਦੀ ਆਜ਼ਾਦੀ ਦੇ ਦਿੱਤੀ ਗਈ। ਜਿਨ੍ਹਾਂ ਨੇ ਢਾਈ ਉਹਨਾਂ ਨੂੰ ਆਜ਼ਾਦੀ ਮਿਲ ਗਈ, ਉਹ ਜੇਲ੍ਹ ਤੋਂ ਬਾਹਰ ਨੇ, ਉਹ ਹੁਣ ਮੰਦਿਰ ਬਣਾ ਰਹੇ ਨੇ। ਮਤਲਬ ਇਹ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਹੋ ਰਿਹਾ। ਮਤਲਬ ਭਾਰਤੀ ਸੱਤਾ ਦਾ ਜਿਹੜਾ ਕਰੈਕਟਰ ਆ ਉਹ ਜਾਤੀਵਾਦੀ ਰਿਹਾ, ਉਹ ਬਾਹਮਣਵਾਦੀ ਰਿਹਾ ਤੇ ਉਹ ਇੱਕ ਖਾਸ ਧਰਮ ਨੂੰ ਇਸਤੇਮਾਲ ਕਰਦੀ ਹੈ ਕਿ ਇੱਕ ਅੱਪਰ ਕਾਸਟ ਹਿੰਦੂ ਬ੍ਰਾਹਮਣਿਜ਼ਮ ਦੀ ਜਿਹੜੀ ਜਾਤ ਹੈ ਉਹਦੇ ਤਹਿਤ ਪੂਰੇ ਇੰਡੀਆ ਦੇ ਵਿੱਚ ਇੱਕ ਹਿੰਦੂ ਰਾਸ਼ਟਰ ਖੜਾ ਕਰਨਾ ਚਾਹੁੰਦੀ ਹੈ। ਤੇ ਜਦੋਂ ਉਸ ਇਨਸਿਕਿਉਰਿਟੀ ਦੇ ਵਿੱਚੋਂ ਅਲੱਗ-ਅਲੱਗ ਮਿਨੋਰਿਟੀ ਦੇ ਲੋਕ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ, ਫਿਰ ਉਹਨਾਂ ਦੇ ਉੱਪਰ ਧਾਰਮਿਕ ਠੱਪਾ ਲਾ ਕੇ ਅਲੱਗ-ਅਲੱਗ ਤਰ੍ਹਾਂ ਦੇ ਠੱਪੇ ਲਾ ਕੇ ਉਹਨਾਂ ਨੂੰ ਮਤਲਬ ਡਿਫੇਮ ਕੀਤਾ ਜਾਂਦਾ। ਅੱਛਾ, ਧਰਮ ਕੋਈ ਵੀ ਹੋਵੇ, ਆਪਾਂ ਕਿਸੇ ਧਰਮ ਦਾ ਨਾਮ ਨਹੀਂ ਲੈਣਾ, ਧਰਮ ਕੋਈ ਵੀ ਹੋਵੇ, ਸਾਨੂੰ ਸੋਚਣ ਦੀ ਲੋੜ ਹੈਗੀ ਆ। ਜੋ ਤੁਸੀਂ ਗੱਲਾਂ ਰੱਖ ਰਹੇ ਹੋ, ਜੋ ਗੱਲਾਂ ਕਹਿ ਰਹੇ ਹੋ ਕਿ ਨੌਜਵਾਨ ਇਹ ਚੀਜ਼ਾਂ ਨੂੰ ਸਮਝ ਪਾਣਗੇ। ਸਾਰੇ ਸਾਥੀਆਂ ਨੇ ਗੱਲਾਂ ਸ਼ਾਇਦ ਤੁਹਾਡੇ ਕੋਈ ਸਾਰੀਆਂ ਗੱਲਾਂ ਨੂੰ ਕੋਈ ਇਤਫਾਕ ਨਾ ਵੀ ਦਿਖਦਾ ਹੋਵੇ, ਕਹਿਣਗੇ ਤੁਸੀਂ ਗਲਤ ਬੋਲਦੇ ਹੋ, ਕਿਉਂਕਿ ਤੁਹਾਡੇ ਵਿਚਾਰ ਨੇ, ਤੁਸੀਂ ਬੋਲ ਸਕਦੇ ਹੋ। ਨੌਜਵਾਨ ਸਮਝਦੇ ਨੇ ਕਿ ਉਦੋਂ ਜਾ ਕੇ ਸਮਝਾਂਗੇ ਜਦੋਂ ਫਿਰ ਦੁਬਾਰਾ ਅਸੀਂ ਗੁਲਾਮ ਹੋ ਜਾਾਂਗੇ। ਪੂੰਜੀਵਾਦੀ ਜੋ ਹੈਗੇ ਨੇ ਸਾਨੂੰ ਗੁਲਾਮ ਕਰ ਲੈਣਗੇ, ਉਦੋਂ ਜਾ ਕੇ ਸੋਚਾਂਗੇ ਵੀ ਅਸੀਂ ਉਸ ਸਮੇਂ ਕੀ ਕੀਤਾ। ਮੈਂ ਅਸਲ ਦੇ ਵਿੱਚ ਗੁਲਾਮ ਹੈਗੇ ਨਹੀਂ ਸੀ, ਗੁਲਾਮ ਹੈਗੇ ਆ, ਹਲੇ ਵੀ ਅਸੀਂ ਗੁਲਾਮ ਹੀ ਆ। ਮਤਲਬ ਭਾਰਤ ਦੇ ਵਿੱਚ ਜਿੰਨੀਆਂ ਆਰਥਿਕ ਨੀਤੀਆਂ ਆ ਰਹੀਆਂ ਨੇ ਉਹ ਅਸਲ ਦੇ ਵਿੱਚ ਇੱਕ ਖਾਸ ਛੋਟਾ ਜਿਹਾ ਸੈਕਸ਼ਨ ਆ, ਉਹ 1% ਵੀ ਨਹੀਂ ਹੋਏਗਾ। ਉਹ ਟਾਟਾ ਬਿਰਲਾ ਅੰਬਾਨੀਆਂ ਤੋਂ ਲੈ ਕੇ ਇੱਕ ਛੋਟਾ ਜਿਹਾ ਮਿਡਲ ਕਲਾਸ ਵੀ ਹੈ ਜਿਹਨੂੰ ਇਹ ਫਾਇਦੇ ਦੇ ਰਹੀ ਹੈ। ਉਹ ਨਵੋਦਾਰਵਾਦੀ ਜਿਹੜੀਆਂ ਨੀਤੀਆਂ ਆਈਆਂ ਨੇ ਉਹ ਲਗਾਤਾਰ ਖੇਤੀ ਦੇ ਵਿੱਚ ਵੀ ਹੁਣ ਉਹਨਾਂ ਦੀ ਹੀ ਮਾਰ ਆ। WTO ਦੇ ਵਿੱਚ ਜਿਹੜੀਆਂ ਨੀਤੀਆਂ ਤੈਅ ਹੋਈਆਂ, ਹੁਣ ਮੋਦੀ ਪਿੱਛੇ ਹਟਣ ਦੇ ਵਿੱਚ ਹਿਚਕਟਾਹਟ ਕਿਉਂ ਕਰ ਰਿਹਾ? ਕਿਉਂਕਿ ਵਰਲਡ ਬੈਂਕ ਨੇ ਡੰਡਾ ਦਿੱਤਾ ਹੋਇਆ। ਮਤਲਬ ਵਰਲਡ ਬੈਂਕ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਕਹਿ ਰਹੀ ਹੈ ਕਿ ਐਗਰੀਕਲਚਰ ਦੀ ਜਿਹੜੀ ਇਨਪੁਟ ਹੈ ਉਹ ਤਾਂ ਹਰੀ ਕ੍ਰਾਂਤੀ ਦੇ ਜ਼ਰੀਏ ਉਹਨਾਂ ਨੇ ਕਬਜ਼ਾ ਲਈ, ਚਾਹੇ ਉਹ ਸੀਡ ਹੋਵੇ, ਪੈਸਟੀਸਾਈਡ ਹੋਵੇ ਜਾਂ ਜਿਹੜੇ ਉਹ ਸਾਰੇ ਉਹ ਕਬਜ਼ਾ ਚੁੱਕੇ ਨੇ। ਹੁਣ ਇਹ ਐਗਰੀਕਲਚਰ ਦੀ ਆਊਟਪੁੱਟ ਉੱਤੇ ਕਬਜ਼ਾ ਕਰਨ ਦੀ ਲੋੜ ਮਹਿਸੂਸ ਕਰ ਰਹੇ ਨੇ। ਮਤਲਬ ਐਗਰੀਕਲਚਰ ਦੀ ਇਨਪੁੱਟ ਉੱਪਰ ਆਲਰੇਡੀ ਇੱਕ ਕਬਜ਼ਾ ਹੋ ਚੁੱਕਿਆ, ਹੁਣ ਐਗਰੀਕਲਚਰ ਦੀ ਆਊਟਪੁੱਟ ਉੱਤੇ ਕਬਜ਼ਾ ਕਰ ਰਹੇ ਨੇ। ਉਹ ਵਰਲਡ ਬੈਂਕ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਨੇ। ਉਹਨੂੰ ਸਮਝਣ ਦੀ ਲੋੜ ਆ। ਗੁਲਾਮੀ ਸਾਡੇ ਵਿੱਚ ਪਹਿਲਾਂ ਹੀ ਸੀ ਵੀ ਉਹ ਸਾਨੂੰ ਆਲਰੇਡੀ ਅਸੀਂ ਗੁਲਾਮ ਆ। ਤੇ ਸਾਰੀ ਗੱਲਬਾਤ ਸੁਣੀਏ। ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ ਬਾਬਾ ਅੰਬੇਡਕਰ ਸਾਹਿਬ ਦੀਆਂ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਨੇ ਕਿ ਜਦੋਂ ਦੇਸ਼ ਵਿੱਚ ਆਜ਼ਾਦੀ ਦੀ ਗੱਲ ਕਰਨੇ ਆ, ਸੰਵਿਧਾਨ ਦੇ ਹੇਠਾਂ ਰਹਿ ਕੇ ਆਜ਼ਾਦੀ ਇਸ ਚੀਜ਼ ਤੋਂ ਹੁੰਦੀ ਹੈ ਕਿ ਅਸੀਂ ਗੁਲਾਮ ਨਹੀਂ ਬਣਨਾ ਚਾਹੁੰਦੇ। ਗੁਲਾਮੀ ਜਿਹੜੀ ਹੈਗੀ ਗਰੀਬੀ ਤੋਂ ਗੁਲਾਮੀ ਜਾਂ ਪੂੰਜੀਵਾਦ ਤੋਂ ਗੁਲਾਮੀ, ਕਿ ਅਸੀਂ ਉਸ ਵਿੱਚ ਹੀ ਫਸੇ ਹੋਏ ਹਾਂ। ਇੱਕ ਜਾਤ ਪਾਤ ਨੂੰ ਉਭਾਰ ਕੇ ਕਿ ਦੇਸ਼ ਵਿੱਚ ਵੰਡੀਆਂ ਪਾ ਕੇ ਆਪਣਾ ਜੋ ਰਾਜਨੀਤੀ ਪਾਰਟੀਆਂ ਕੰਮ ਲੈ ਰਹੀਆਂ ਨੇ, ਸੋਚਣਾ ਚਾਹੀਦਾ। ਉਹ ਇੰਟਰਵਿਊ ਸ਼ੇਅਰ ਕਰ ਦੇਣਾ ਤਾਂ ਕਿ ਦੂਜਿਆਂ ਨੂੰ ਪਤਾ ਲੱਗ ਸਕੇ ਜੋ ਨੌਜਵਾਨਾਂ ਦੇ ਵਿਚਾਰ ਨੇ। ਕੋਈ ਸਹਿਮਤ ਵੀ ਹੋ ਸਕਦਾ, ਕੋਈ ਨਹੀਂ ਵੀ ਸਹਿਮਤ ਹੋ ਸਕਦਾ, ਵਿਚਾਰ ਨੇ ਇਹਨਾਂ ਦੇ ਆਪਦੇ। ਤਾਂ ਤੁਸੀਂ ਸਾਡੇ ਪੇਜ ਨਾਲ ਜੁੜੇ ਰਹੋ, ਤੁਹਾਨੂੰ ਕਿਸਾਨੀ ਸੰਘਰਸ਼ ਦੀ ਅਸੀਂ ਲਗਾਤਾਰ ਹੀ ਤਸਵੀਰ ਦਿਖਾਉਂਦੇ ਰਹਾਂਗੇ।